ਜਿਹਨੂੰ ਮਾਰਿਆ ਤੂੰ? ਸੈਫੁੱਲਾ ਨਿਆਜ਼ ਇੰਸਪੈਕਟਰ ਹੈਗਾ। ਤੁਸੀਂ ਕਿਉਂ ਮਾਰਿਆ ਇਹਨੂੰ? ਤੰਗ ਆਏ ਬੇ ਦਿੱਲੀ ਮਾਂ ਭੈਣ ਕਿੰਨੀਆਂ ਕੋ ਗਾਲਾਂ ਕੱਢਦੇ ਤੁਹਾਨੂੰ ਦੱਸ ਨਹੀਂ ਸਕਦੇ। ਪਿਸਤੌਲ ਕਿੱਥੋਂ ਲੈ ਕੇ ਆਇਆ ਤੂੰ? ਇਹਨਾਂ ਦਾ ਹੀ ਉੱਤੋਂ ਲੈ ਕੇ ਆਇਆ। ਇਹਨਾਂ ਦਾ ਲੈ ਕੇ ਆਇਆ ਸਰ? ਅੱਛਾ। ਬੜੇ ਪਰੇਸ਼ਾਨ ਡੇਲੀ ਐਸਾ ਕੋਈ। ਤੇਰਾ ਨਾਂ ਕੀ ਹੈ? ਅਦੀਲ। ਕਿਹੜੀ ਜਗ੍ਹਾ ਰਹਿਸ਼? ਆਪਣੀਆਂ ਥੱਲੇ 100 ਫੁੱਟ। बिस्मिल्लाहिर्रहमानिर्रहीम अस्सलामु अलैकुम व रहमतुल्लाहि व बरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिस्सो ईमान दे विच रखे। अज दे व्लॉग दे विच मैं तुहानूं दसांगा कि लाहौर दे विच एक बहुत ही ताकतवर इंस्पैक्टर SHO सैफुल्ला नियाजी खान ਜਿਹੜਾ ਲਾਹੌਰ ਦਾ ਸਮਝੋ ਕਿ ਪਾਵਾ ਮੰਨਿਆ ਜਾਂਦਾ ਸੀ, ਲੇਕਿਨ ਇੱਕ 25 ਸਾਲਾ ਲੜਕੇ ਦੇ ਹੱਥੋਂ ਮਾਰਿਆ ਜਾਂਦਾ। ਇੰਨਾ ਲਿllahi व इन्ना अलैहि राजिऊन। अल्लाह ताला ਉਹਨਾਂ ਨੂੰ ਜੰਨਤੁਲ ਫਿਰਦੌਸ ਜਗ੍ਹਾ ਤਾ ਫਰਮਾਏ, ਕਿਉਂਕਿ ਜਿਹੜਾ ਮਰ ਜਵੇ ਉਹਨੂੰ ਦੁਆ ਹੀ ਦੇਣੀ ਚਾਹੀਦੀ ਆ, ਬਾਕੀ ਉਹਦੇ ਮਾਮਲਾਤ ਅੱਲਾਹ ਦੇ ਸਪੁਰਦ ਕਰ ਦੇਣੇ ਚਾਹੀਦੇ ਨੇ। ਇਸ 25 ਸਾਲਾ ਨੌਜਵਾਨ ਨੇ ਉਸ ਨੂੰ ਕਿਉਂ ਮਾਰਿਆ, ਉਹਦੇ ਨਾਲ ਕਿਹੜੀ ਐਸੀ ਦੁਸ਼ਮਣੀ ਸੀ, ਤੇ ਉਹ ਟਾਪ ਟ੍ਰੈਂਡਿੰਗ ਨਿਊਜ਼ ਦੇ ਵਿੱਚ ਅੱਜ ਕੱਲ ਖਬਰ ਚੱਲ ਰਹੀ ਆ। ਹਰ ਪਾਸੇ ਇੰਟਰਵਿਊ ਹੋ ਰਹੇ ਨੇ। ਉਹ ਇੰਟਰਵਿਊ ਦੇ ਵਿੱਚ ਲੜਕਾ ਦੱਸਣ ਡਿਆ, ਉਹ ਇੰਟਰਵਿਊ ਮੈਂ ਤੁਹਾਨੂੰ ਦਿਖਾਉਣਾ, ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਜਿਹੜਾ ਇੰਸਪੈਕਟਰ ਆ ਸੈਫੁੱਲਾ ਨਿਆਜ਼ੀ, ਇਹ ਬਹੁਤ ਤਾਕਤਵਰ ਤਰੀਨ ਲਾਹੌਰ ਦਾ ਇੰਸਪੈਕਟਰ ਸੀ। ਬਹੁਤ ਸਾਰੇ ਥਾਣਿਆਂ ਦੇ ਵਿੱਚ ਇਹ ਤਾਇਨਾਤ ਰਿਹਾ। ਇਹਨੇ ਆਪਣੀ ਤਾਇਨਾਤੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੇ ਨਾਲ ਗਲਤ ਰਵੱਈਏ ਵੀ ਅਖਤਿਆਰ ਕੀਤੇ, ਗਲਤ ਫੈਸਲੇ ਵੀ ਕੀਤੇ। ਲੋਕ ਕਾਫੀ ਤੰਗ ਸੀ, ਤੇ ਲੇਕਿਨ ਮਰੇ ਹੋਏ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਅੱਲਾਹ ਤਾਲਾ ਉਹਨਾਂ ਦਰਜਾਤ ਬੁਲੰਦ ਕਰੇ। ਲੇਕਿਨ ਜੋ ਹਕੀਕਤ ਔਰ ਰੱਖਣੀ ਵੀ ਚਾਹੀਦੀ ਆ ਕਿ 2 ਸਾਲ ਪਹਿਲਾਂ ਇੱਕ ਰਿਕਸ਼ਾ ਡਰਾਈਵਰ ਨਾਲ ਵੀ ਇਹਨੇ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਸੀ। ਕਿ ਕੁਝ ਤੁਸੀਂ ਕਹਿ ਲਓ ਕਿ ਚਰਸ ਵਾਲੇ ਬੰਦੇ ਸੀ ਜਾਂ ਕੋਈ ਮੁਨਸ਼ੀਆਤ ਫਰੋਸ਼ ਬੰਦੇ ਸੀ। ਇਹਦੇ ਇੱਕ ਰਿਕਸ਼ਾ ਡਰਾਈਵਰ ਦੇ ਨਾਲ ਜਾ ਰਹੇ ਸੀ, ਤੇ ਨਾਕੇ ਦੇ ਉੱਤੇ ਇਹਨੇ ਰਿਕਸ਼ੇ ਨੂੰ ਜਿਸ ਵੇਲੇ ਰੋਕਿਆ, ਉਹ ਜਿਹੜੇ ਮੁਨਸ਼ੀਆਤ ਫਰੋਸ਼ ਸੀ ਉਹ ਨੱਸ ਗਏ ਸੀ, ਤੇ ਉਹ ਚਰਸ ਜਿਹੜੀ ਸੀ ਰਿਕਸ਼ੇ ਦੇ ਵਿੱਚੋਂ ਚੁੱਕ ਕੇ ਬਰਾਮਦ ਹੋਈ ਸੀ। ਇਹਨੇ ਉਸ ਰਿਕਸ਼ਾ ਡਰਾਈਵਰ ਨੂੰ ਉਹਦੇ ਉੱਤੇ ਮੁਨਸ਼ੀਆਤ ਫਰੋਸ਼ ਦਾ ਪਰਚਾ ਦੇ ਕੇ ਤੇ ਜੇਲ੍ਹ ਭਜਵਾ ਦਿੱਤਾ ਸੀ। ਹਾਲਾਂਕਿ ਇਹ ਖੁਦ ਆਪਣੇ ਇੰਟਰਵਿਊ ਦੇ ਵਿੱਚ ਤਸਲੀਮ ਕਰ ਚੁੱਕਿਆ ਕਿ ਉਹ ਜਿਹੜਾ ਰਿਕਸ਼ਾ ਡਰਾਈਵਰ ਸੀ ਉਹ ਗੁਨਾਹ ਸੀ। जो मनशियात बरामद हुई है सेम या मनशियात रक्शे जो बरामद हुई है। बिल्कुल ठीक है। बैग दे विच सवारी नस गई है। ਇਹ ਮਨਸ਼ੀਆਤ ਸਵਾਰੀ ਦੀ ਸੀ ਜਾਂ ਰਿਕਸ਼ਾ ਡਰਾਈਵਰ ਦੀਆਂ ਸਨ? सवारी दी। ਅੱਛਾ, ਰਿਕਸ਼ਾ ਡਰਾਈਵਰ ਦਾ ਕੋਈ ਤਾਲੁਕ ਨਹੀਂ? रक्शा ड्राइवर दा कोई कसूर नहीं। ਉਹਦਾ ਕਿਉਂਕਿ ਹੁਣ ਜਿਹੜੀ ਸਵਾਰੀ ਨਾਲ ਬੈਠੀ ਆ ਉਹਨੂੰ ਕੀ ਪਤਾ ਰਿਕਸ਼ਾ ਡਰਾਈਵਰ ਨੂੰ ਕਿ ਇਹਦੇ ਬੈਗ ਦੇ ਵਿੱਚ ਕਿਹੜੀ ਸ਼ੈ ਆ। ਬੰਦਾ ਸਵਾਰੀ ਨੂੰ ਬੈਠਣ ਲੱਗੀ ਨੂੰ ਪਹਿਲਾਂ ਇਹ ਤਾਂ ਨਾ ਕਹਿ ਸਕਦਾ ਵੀ ਤੂੰ ਖੋਲ ਕੇ ਇੰਤਖਾਬ, ਤੇ ਇਸ ਤਰ੍ਹਾਂ ਇਹਨੇ ਉਹ ਰਿਕਸ਼ਾ ਡਰਾਈਵਰ ਨੂੰ ਵੀ ਫਸਵਾ ਦਿੱਤਾ ਸੀ ਔਰ ਉਹ ਵਿਚਾਰਾ ਜੇਲ੍ਹ ਚਲਾ ਗਿਆ ਸੀ। ਤੇ ਹੋਰ ਵੀ ਲਾਹੌਰ ਦੇ ਬਹੁਤ ਸਾਰੇ ਵਾਕਿਆਤ ਨੇ। ਇਹ ਹੋਟਲਾਂ ਦੇ ਵਿੱਚ ਮੁਖਤਲਿਫ ਜਗ੍ਹਾ ਤੇ ਖਾਣਾ ਖਾਣ ਜਾਂਦਾ ਸੀ, ਉੱਥੋਂ ਵੀ ਫਿਰ ਉਹਨਾਂ ਨਾਲ ਗਲਤ ਰਵੱਈਆ ਅਖਤਿਆਰ ਕਰਦਾ ਸੀ। ਫਿਰ ਜਦੋਂ ਤਹਿਕੀਕਾਤ ਹੁੰਦੀਆਂ ਸੀ ਇਹਨੂੰ ਮੁਅੱਤਲ ਕਰ ਦਿੱਤਾ ਜਾਂਦਾ ਸੀ, ਔਰ ਫਿਰ ਬਕਾਇਦਾ ਇੱਕ SP ਨੇ ਲਿਖਿਆ ਸੀ ਕਿ ਇਹ ਕਿਸੇ ਥਾਣੇ ਦੇ ਵਿੱਚ ਵੀ SHO ਲੱਗਣੇ ਦੇ ਕਾਬਲ ਨਹੀਂ ਹੈਗਾ। ਲੇਕਿਨ ਬਸ ਉਹ ਅਸਰ ਰਸੂਖ ਸਿਆਸੀ ਬੇਸ ਤੇ ਹੁੰਦੇ ਨੇ, ਫਿਰ ਲੱਗ ਲੁੱਗ ਜਾਂਦੇ ਨੇ। ਇਸ ਟਾਈਮ ਇਹ ਜਿਹੜਾ ਬਾਬੂ ਸਾਬੂ ਚੇਨ ਜਿਹੜਾ ਉੱਥੇ ਚੌਕੀ ਇੰਚਾਰਜ ਲੱਗਾ ਹੋਇਆ ਸੀ। ਇੱਕ ਟਰੱਕਾਂ ਦੇ ਅੱਡੇ ਦੇ ਕੋਲ ਹੀ ਇੱਕ ਉੱਪਰ ਵਾਲੀ ਫਲੈਟ ਤੇ ਰਹਿੰਦਾ ਸੀ, ਥੱਲੇ ਇੱਕ ਵਰਕਸ਼ਾਪ ਸੀ, ਤੇ ਉਸ ਵਰਕਸ਼ਾਪ ਦੇ ਵਿੱਚ ਇੱਕ ਅਦੀਲ ਨਾਮੀ 25 ਸਾਲ ਦਾ ਲੜਕਾ ਕੰਮ ਕਰਦਾ ਸੀ। ਉਹ ਲੜਕੇ ਨੂੰ ਇਹ ਗਾਹੇ ਬਗਾਏ ਆਪਣੇ ਘਰ ਵੀ ਬੁਲਾ ਲੈਂਦਾ ਸੀ, ਘਰ ਦੇ ਕੰਮ ਵੀ ਕਰਵਾਉਂਦਾ ਸੀ, ਤੇ ਅੱਗੇ ਪਿੱਛੇ ਜਿਹੜੇ ਵੀ ਕੋਈ ਕੰਮ ਹੋਣੇ ਉਹਦੇ ਕੋਲ ਕਰਵਾਉਂਦਾ ਸੀ, ਤੇ ਨਾਲ ਨਾਲ ਉਹਨੂੰ ਗਾਲਾਂ ਵੀ ਬਹੁਤ ਕੱਢਦਾ ਸੀ। ਤੁਹਾਨੂੰ ਪਤਾ ਜਿਸ ਵੇਲੇ ਬੰਦਾ ਇੱਕ ਕੁਰਸੀ ਤੇ ਬੈਠਾ ਹੋਵੇ, ਉਹ ਕੁਰਸੀ ਦਾ ਨਸ਼ਾ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਉਹਨੂੰ ਕੋਈ ਚੀਜ਼ ਵੀ ਨਜ਼ਰ ਨਹੀਂ ਆਉਂਦੀ। ਉਹ ਕਹਿੰਦਾ ਜੋ ਮੈਂ ਆ ਮੈਂ ਹੀ ਆ। ਇਨਸਾਨ ਨੂੰ ਜਦੋਂ ਵੀ ਕੋਈ ਕੁਰਸੀ ਮਿਲੇ ਹਮੇਸ਼ਾ ਉਸ ਕੁਰਸੀ ਦਾ ਫਖਰ ਨਹੀਂ ਕਰਨਾ ਚਾਹੀਦਾ। ਉਸ ਕੁਰਸੀ ਦਾ ਦੇਖ ਸੋਚ ਕੇ ਆਪਣੇ ਅਖਤਿਆਰ ਦਾ ਇਸਤੇਮਾਲ ਕਰਨਾ ਚਾਹੀਦਾ, ਕਿਉਂਕਿ ਸਦਾ ਬਾਦਸ਼ਾਹੀ ਅੱਲਾਹ ਤਾਲਾ ਦੀ ਆ ਜਿਹਨੇ ਸਦਾ ਰਹਿਣਾ। ਅਸੀਂ ਇਸ ਦਾਰੇ ਫਾਨੀ ਤੋਂ ਕੂਚ ਕਰ ਜਾਣਾ, ਹਰ ਸ਼ੈ ਫਨਾ ਹੋਣੇ ਵਾਲੀ ਆ।
ਇਹ ਬੰਦਾ ਉਹ ਦੱਸਦਾ ਅਦੀਲ ਕੇ ਬਹੁਤ ਜ਼ਿਆਦਾ ਗਾਲਾਂ ਕੱਢਦਾ ਹੁੰਦਾ ਸੀ, ਬਦਤਮੀਜ਼ੀ ਕਰਦਾ ਹੁੰਦਾ ਸੀ, ਮਾਵਾਂ ਭੈਣਾਂ ਦੀਆਂ ਗਾਲਾਂ ਕਰਦਾ ਹੁੰਦਾ ਸੀ। ਜਿਹਨੂੰ ਮਾਰਿਆ ਤੂੰ ਸੈਫੁੱਲਾ ਨਿਆਜ਼ ਇੰਸਪੈਕਟਰ ਹੈਗਾ। ਤੁਸੀਂ ਕਿਉਂ ਮਾਰਿਆ ਇਹਨੂੰ? ਤੰਗ ਆਏ ਬੇ ਡੇਲੀ ਮਾਂ ਭੈਣ ਕਿੰਨੀਆਂ ਕੁ ਗਾਲਾਂ ਕੱਢਦੇ ਤੁਹਾਨੂੰ ਇਹ ਦੱਸ ਨਹੀਂ ਸਕਦੇ। ਪਿਸਤੌਲ ਕਿੱਥੋਂ ਲੈ ਕੇ ਆਇਆ ਤੂੰ? ਇਹਨਾਂ ਦਾ ਹੀ ਉੱਤੋਂ ਲੈ ਕੇ ਆਇਆ। ਇਹਨਾਂ ਦਾ ਲੈ ਕੇ ਆਇਆ ਸੀ? ਅੱਛਾ, ਬੜੇ ਪਰੇਸ਼ਾਨ ਡੇਲੀ ਐਸਾ ਕੋਈ। ਤੇਰਾ ਨਾਂ ਕੀ ਹੈ? ਅਦੀਲ। ਕਿਹੜੀ ਜਗ੍ਹਾ ਰਹਿਸ਼? ਆਪਣੀਆਂ ਥੱਲੇ 100 ਫੁੱਟ ਤੋਂ। ਜ਼ਾਹਰਾ ਕੂਵਤ ਬਰਦਾਸ਼ਤ ਜਿਸ ਵੇਲੇ ਬੰਦੇ ਦੀ ਖਤਮ ਹੋ ਜਵੇ ਫਿਰ ਬੰਦਾ ਉਹ ਕੁਝ ਕਦਮ ਗਲਤ ਉਠਾ ਲੈਂਦਾ, ਤੇ ਲੇਕਿਨ ਉਸ ਨੂੰ ਇਸ ਗਲਤ ਕਦਮ ਉਠਾਣੇ ਤੋਂ ਪਹਿਲਾਂ ਇਹ ਨਹੀਂ ਸੀ ਪਤਾ ਕਿ ਇਹਦਾ ਨਤੀਜਾ ਕੀ ਨਿਕਲੇਗਾ, ਤੇ ਉਹਨੇ ਵੀ ਬਹੁਤ ਬੜਾ ਗਲਤ ਫੈਸਲਾ ਕੀਤਾ ਕਿ ਉਸ ਬੰਦੇ ਨੇ ਇਹਦਾ ਹੀ ਰਿਵਾਲਵਰ ਲੈ ਕੇ, ਕਿਉਂਕਿ ਇਹਦੇ ਘਰ ਆਉਂਦਾ ਜਾਂਦਾ ਸੀ, ਇਹਦੀ ਗੱਡੀ ਦੇ ਵਿੱਚ ਚੀਜ਼ਾਂ ਰੱਖਦਾ ਸੀ, ਘਰੋਂ ਸਮਾਨ ਚੁੱਕਦਾ ਸੀ, ਇਹਨੇ ਇਹਦਾ ਹੀ ਰਿਵਾਲਵਰ ਲੈ ਕੇ 5 ਗੋਲੀਆਂ ਦੇ ਫਾਇਰ ਕੀਤੇ। 6ਵਾਂ ਫਾਇਰ ਇਹਨੇ ਸਰ ਦੇ ਵਿੱਚ ਮਾਰਿਆ ਔਰ ਫਿਰ ਉਹ ਥਾਂ ਤੇ ਗਿਰ ਜਾਂਦਾ, ਤੇ ਜਿਸ ਵੇਲੇ ਗਿਰ ਜਾਂਦਾ ਉੱਥੋਂ ਆਵਾਜ਼ ਆਉਂਦੀ ਆ ਗੋਲੀਆਂ ਦੀ। ਡਾਲਫਨ ਪੁਲਿਸ ਉੱਥੋਂ ਜਿਹੜੀ ਆ ਗੁਜ਼ਰ ਰਹੀ ਸੀ, ਉਹਨਾਂ ਨੇ ਆਵਾਜ਼ ਸੁਣ ਕੇ ਆਏ ਤੇ ਦੇਖਿਆ ਸੈਫੁੱਲਾ ਨਿਆਜ਼ੀ ਸਾਹਿਬ ਪਏ ਸੀ ਮਰੇ ਹੋਏ, ਤੇ ਉਹਨਾਂ ਨੇ ਉਸ ਬੰਦੇ ਨੂੰ ਮੌਕੇ ਤੇ ਹੀ ਅਦੀਲ ਨੂੰ ਗ੍ਰਿਫਤਾਰ ਕਰ ਲਿਆ। ਅਦੀਲ ਦੀ ਉਮਰ 25 ਸਾਲ ਆ। ਉਹ ਇਸ ਸਾਰੇ ਵਾਕਿਆ ਨੂੰ ਜਿਹੜਾ ਮੰਨ ਗਿਆ ਕਿ ਮੈਂ ਖੁਦ ਮਾਰਿਆ। ਉਹ ਕਹਿੰਦਾ ਕਿ ਮੇਰੇ 'ਚ ਕੂਵਤ ਬਰਦਾਸ਼ਤ ਜਿਹੜੀ ਖਤਮ ਹੋ ਗਈ ਸੀ, ਮਾਵਾਂ ਭੈਣਾਂ ਦੀਆਂ ਬੜੀਆਂ ਗਾਲਾਂ ਕੱਢਦਾ ਸੀ, ਮੈਂ ਇਹਨੂੰ ਕਈ ਦਫਾ ਮਨਾ ਕੀਤਾ ਸੀ, ਇਹ ਮਨਾ ਨਹੀਂ ਸੀ ਹੁੰਦਾ, ਲੇਕਿਨ ਅੱਜ ਮੈਂ ਤੰਗ ਆ ਕੇ ਤੇ ਫਿਰ ਇਹਨੂੰ ਫਾਇਰ ਮਾਰ ਦਿੱਤੇ ਨੇ। ਤੇ ਜਿਹੜਾ ਨਿਆਜ਼ੀ ਸਾਹਿਬ ਦਾ ਬੇਟਾ ਆ ਬਰਖੁਰਦਾਰ ਬਾਬਰ ਨਿਆਜ਼ੀ, ਬਾਬਰ ਖਾਂ, ਉਹ ਦੱਸਦਾ ਕਿ ਇਹ ਜਿਹੜਾ ਅਦੀਲ ਆ ਤੇ ਮੇਰੇ ਅੱਬੇ ਦੀ ਤੂੰ ਮੈਂ ਇਸ ਵਾਸਤੇ ਹੁੰਦੀ ਸੀ ਕਿਉਂਕਿ ਮੇਰਾ ਅੱਬਾ ਉੱਤੇ ਫਲੈਟ 'ਚ ਰਹਿੰਦਾ ਸੀ ਤੇ ਇਹਦੀ ਥੱਲੇ ਵਰਕਸ਼ਾਪ ਸੀ, ਤੇ ਇਸ ਵਜ੍ਹਾ ਨਾਲ ਉਹ ਗਾੜੀ ਖੜੀ ਕਰਨੇ ਦੇ ਮਸਲੇ ਦੇ ਵਿੱਚ ਤੂੰ ਮੈਂ ਹੁੰਦੀ ਰਹਿੰਦੀ ਸੀ। ਤੇ ਜਿਸ ਵੇਲੇ ਫਾਇਰ ਮਾਰੇ ਮੈਂ ਵੀ ਤੇ ਮੇਰਾ ਚਾਚਾ ਇਮਤਿਆਜ਼ ਤੇ ਸਲੀਮ ਖਾਂ ਉਹ ਵੀ ਨਜ਼ਦੀਕ ਹੀ ਰਹਿੰਦੇ ਸੀ, ਅਸੀਂ ਆ ਗਏ ਤੇ ਇਹਨੇ ਸਾਨੂੰ ਵੀ ਧਮਕਾਇਆ, ਡਰਾਇਆ, ਤੇ ਇਹ ਸਾਰਾ ਪੁਲਿਸ ਹੀ ਤਫਤੀਸ਼ ਕਰੇਗੀ ਕਿ ਇਹਦੇ ਵਿੱਚ ਕੀ ਹਕੀਕਤ ਆ, ਕਿੰਨੀ ਕੁ ਸਦਾਕਤ ਆ। ਲੇਕਿਨ ਜੋ ਵੀ ਹੋਇਆ ਗਲਤ ਹੋਇਆ। ਅੱਲਾਹ ਤਾਲਾ ਸੈਫੁੱਲਾ ਨਿਆਜ਼ੀ ਸਾਹਿਬ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਜਗ੍ਹਾ ਤਾ ਫਰਮਾਏ, ਕਿਉਂਕਿ ਜਿਹੜਾ ਮਰ ਜਾਏ ਉਹਦੇ ਵਾਸਤੇ ਅੱਛਾ ਸ਼ਗੂਨ ਰੱਖਣਾ ਚਾਹੀਦਾ। ਮਰਨੇ ਵਾਲੇ ਦੇ ਬਾਰੇ ਦੇ ਵਿੱਚ ਬਾਅਦ ਦੇ ਵਿੱਚ ਕੋਈ ਗੱਲ ਨਹੀਂ ਕਰਨੀ ਚਾਹੀਦੀ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਓ ਇਮਾਨ 'ਚ ਰੱਖੇ। ਅਸਲਾਮੁ ਅਲੈਕੁਮ व रहमतुल्लाहि व बरकातुहू।